हाँ जी, गुड आफ्टरनून। कल आप पढ़ रहे ਸੀਗੇ ਕ੍ਰਿਸਟਲ ਫੀਲਡ ਥਿਊਰੀ, ਜਿਹਦੇ ਅੰਦਰ ਆਪਾਂ ਨੇ ਕੱਲ ਕਵਰ ਕੀਤਾ ਸੀਗਾ ਆਕਟਾਹੈਡਰਲ ਕੰਪਲੈਕਸਿਸ। ਠੀਕ ਹੈ, ਤੁਹਾਨੂੰ ਯਾਦ ਹੋਏਗਾ ਕਿ ਕ੍ਰਿਸਟਲ ਫੀਲਡ ਥਿਊਰੀ ਕੀ ਕਹਿ ਰਹੀ ਸੀਗੀ ਕਿ ਜਿਹੜੇ ਵੀ ਡੀ ਆਰਬਿਟਲ ਲਿਗੈਂਡ ਨੂੰ ਫੇਸ ਕਰਨਗੇ ਉਹਨਾਂ ਦੀ એનર્ਜੀ ਇਨਕਰੀਜ਼ ਹੋ ਜਾਏਗੀ, ਉਹਨਾਂ ਨੂੰ ਰਿਪਲਸ਼ਨ ਕਰਕੇ ਉਹਨਾਂ ਦੀ એનર્ਜੀ ਜ਼ਿਆਦਾ ਹੋ ਜਾਏਗੀ, ਔਰ ਜਿਹੜੇ ਡੀ ਆਰਬਿਟਲ ਲਿਗੈਂਡ ਨੂੰ ਫੇਸ ਨਹੀਂ ਕਰ ਰਹੇ ਉਹਨਾਂ ਦੀ એનર્ਜੀ ਥੋੜੀ ਜਿਹੀ ਘਟ ਜਾਏਗੀ। ਤਾਂ ਡੀ ਆਰਬਿਟਲ ਦੀ ਡੀਜਨरेसी ब्रेक हो जाएगी, यानी कि डी ऑर्बिटल सेम एनर्जी वाला नहीं रहेगा, वो दो पार्ट्स से डिवाइड हो जाएगा। ठीक है ना, ਤੁਹਾਨੂੰ याद होएगा ਆਪਾਂ डी ऑर्बिटल ਦੇ ਜਿਹੜੇ 5 ऑर्बिटल ਬਣਾਉਂਦੇ ਹੁੰਦੇ ਆ ਇਹਨੂੰ ਦੋ ਪਾਰਟਸ 'ਚ ਡਿਵਾਈਡ ਕਰ ਦਿੰਦੇ ਸੀਗੇ। 3 ऑर्बिटल ਨੀਚੇ ਵਾਲੇ, 2 ऑर्बिटल है ना, और 3 ऑर्बिटल नीचे ਕਿਹੜੇ ਕਿਹੜੇ ਆ ਜਾਂਦੇ ਸੀਗੇ, dxy, dyz ਐਂਡ dxz, और हायर एनर्जी वाले ਕਿਹੜੇ ਕਿਹੜੇ ਹੋ ਜਾਂਦੇ ਸੀ, dx² - y² और dz²। ਜਿਹੜਾ ਇਹਨਾਂ ਦੇ ਵਿਚਕਾਰ ਗੈਪ ਹੈ ਇਹਨੂੰ ਕ੍ਰਿਸਟਲ ਫੀਲਡ ਸਪਲਿਟਿੰਗ એનર્ਜੀ ਬੋਲਦੇ ਸੀਗੇ। ਠੀਕ ਹੈ, ਡੈਲਟਾ ਨॉट। ਇੱਥੇ ਨੀਚੇ ਵਾਲਾ ਪਾਰਟ ਸੀਗਾ 2/5 ਆਫ ਡੈਲਟਾ ਨॉट, ਯਾਨੀ ਕਿ 0.4 ਆਫ ਡੈਲਟਾ ਨॉट, ਤੇ ਉੱਪਰ ਵਾਲਾ ਪਾਰਟ ਸੀਗਾ 3/5 ਆਫ ਡੈਲਟਾ ਨॉट, ਯਾਨੀ ਕਿ 0.6 ਆਫ ਡੈਲਟਾ ਨॉट। ਠੀਕ ਹੈ, ਇਹ ਆਪਾਂ ਨੇ ਕੱਲ ਪੜ੍ਹਿਆ ਸੀਗਾ। ਆਪਾਂ ਨੇ ਕੱਲ ਇਹ ਵੀ ਦੇਖਿਆ ਸੀਗਾ, ਇੱਕ ਸਪੈਕਟ੍ਰੋਕੈਮੀਕਲ ਸੀਰੀਜ਼ ਵੀ ਦੇਖੀ ਸੀਗੀ, ਜਿਹਦੇ ਅੰਦਰ ਇਹ ਦੱਸਿਆ ਗਿਆ ਸੀ ਵੀ ਕਿਹੜਾ ਲਿਗੈਂਡ ਜ਼ਿਆਦਾ ਰਿਪਲਸ਼ਨ ਕਰੇਗਾ, ਯਾਨੀ ਕਿ ਜ਼ਿਆਦਾ ਰਿਪਲਸ਼ਨ ਐਜ਼ ਇਨ ਸਟਰੋਂਗ ਫੀਲਡ ਪੈਦਾ ਕਰੇਗਾ ਤਾਂ ਇਹ ਗੈਪ ਬਹੁਤ ਵੱਧ ਜਾਏਗਾ, ਔਰ ਕਿਹੜਾ ਲਿਗੈਂਡ ਵੀਕ ਫੀਲਡ ਪੈਦਾ ਕਰੇਗਾ ਯਾਨੀ ਕਿ ਇਹ ਗੈਪ ਘਟ ਜਾਏਗਾ। ਠੀਕ ਹੈ, ਔਰ ਇਹ ਗੈਪ ਹੀ ਸਾਰਾ ਕੁਝ ਹੈ। ਮੈਂ ਆਪਾਂ ਇੱਕ ਸਿੰਪਲ ਜੀ ਐਗਜ਼ਾਮਪਲ ਲੈ ਕੇ ਚੱਲਦੇ ਹਾਂ। ਠੀਕ ਹੈ, ਹੁਣ ਅੱਜ ਦਾ ਲੈਕਚਰ ਸਟਾਰਟ ਕਰਦੇ ਹਾਂ। ਕੁਐਸਚਨ ਲਿਖੋ ਫਟਾਫਟ। predict the geometry, comma hybridization, predict the geometry, comma hybridization। ठीक है, magnetic moment of K4FeCN6। ठीक है, predict the geometry, hybridization, magnetic moment of K4FeCN6। ਇਹ ਮੇਰੇ ਕੋਲ ਇੱਕ ਕੰਪਾਊਂਡ ਹੈ, ਕਹਿੰਦੇ ਇਹਦੀ ਜਿਓਮੈਟਰੀ, ਹਾਈਬ੍ਰਿਡਾਈਜੇਸ਼ਨ, ਮੈਗਨੈਟਿਕ ਮੂਵਮੈਂਟ ਪਤਾ ਕਰੋ। ਪਹਿਲੇ ਇੱਕ ਵਾਰੀ ਮੈਂ ਕਰਵਾਉਣਾ, ਪਹਿਲਾਂ ਕੁਐਸਚਨ ਦੇਖ ਲਓ ਫਟਾਫਟ। ਹੁਣ ਦੇਖੋ, ਇੱਕ ਗੱਲ ਤਾਂ ਬਿਲਕੁਲ ਕਲੀਅਰ ਹੋ ਰਹੀ ਹੈ, ਆਇਰਨ ਦੇ ਨਾਲ 6 ਲਿਗੈਂਡਸ ਜੁੜੇ ਹੋਏ ਹੈ, ਤਾਂ ਜਦੋਂ ਵੀ 6 ਲਿਗੈਂਡ ਜੁੜੇ ਹੁੰਦੇ ਆ ਤਾਂ ਸ਼ੇਪ ਤਾਂ ਕਨਫਰਮ ਹੈ, ਯਾਨੀ ਕਿ ਜਿਓਮੈਟਰੀ ਕਨਫਰਮ ਹੈ ਆਕਟਾਹੈਡਰਲ। ਤਾਂ ਆਪਣਾ ਪਹਿਲਾ ਪਾਰਟ ਤਾਂ ਹੋ ਗਿਆ, ਸਾਨੂੰ ਜਿਓਮੈਟਰੀ ਦਾ ਤਾਂ ਪਤਾ ਲੱਗ ਗਿਆ ਵੀ ਜਦੋਂ 6 ਲਿਗੈਂਡਸ ਜੁੜੇ ਹੁੰਦੇ ਆ ਤਾਂ ਉਹਦੀ ਸ਼ੇਪ ਰਹੇਗੀ ਆਕਟਾਹੈਡਰਲ, ਜਿਓਮੈਟਰੀ ਕਲੀਅਰ ਹੋ ਗਈ। ਠੀਕ ਹੈ, ਹੁਣ ਹਾਈਬ੍ਰਿਡਾਈਜੇਸ਼ਨ, ਜਿਹੜੀ ਆਕਟਾਹੈਡਰਲ ਸ਼ੇਪ ਹੈ ਇਹਦੇ ਅੰਦਰ ਦੋ ਹਾਈਬ੍ਰਿਡਾਈਜੇਸ਼ਨ ਪੋਸੀਬਲ ਨੇ, ਇੱਕ D2sp3, ਇੱਕ sp3d2। ਠੀਕ ਹੈ ਨਾ, ਦੋਨਾਂ ਦੇ ਵਿੱਚੋਂ ਕੋਈ ਵੀ ਇੱਕ ਹਾਈਬ੍ਰਿਡਾਈਜੇਸ਼ਨ ਪੋਸੀਬਲ ਹੈ। ਆਪਾਂ ਕੀ ਕਰਾਂਗੇ, ਆਪਾਂ ਇਹਦੇ ਤੇ ਕ੍ਰਿਸਟਲ ਫੀਲਡ ਥਿਊਰੀ ਲਗਾਵਾਂਗੇ। ਠੀਕ ਹੈ, ਹੁਣ ਤੋਂ ਬਾਅਦ ਹਰ ਕੁਐਸਚਨ 'ਚ CFT ਲੱਗੇਗੀ ਹੀ ਲੱਗੇਗੀ, ਇਹ ਗੱਲ ਯਾਦ ਰੱਖੋ। ਠੀਕ ਹੈ, ਹੁਣ FeCN6 ਹੈ, ਆਪਾਂ ਨੂੰ ਕਾਊਂਟਰ ਆਇਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਸਿਰਫ ਆ ਇੰਨੀ ਕੁ ਚੀਜ਼ ਸਕੁਆਇਰ ਬ੍ਰੈਕਟ ਵਾਲੀ ਚੀਜ਼ ਬਾਰੇ ਸੋਚੋ। ਇਹ ਹੈਗੀ ਹੈ FeCN6 ਉੱਪਰ 4-, ਕਿਉਂਕਿ ਆ 4 ਇੱਧਰ ਜਾਏਗਾ ਔਰ ਇਹ ਚੀਜ਼ ਐਨਾਇਨ ਹੈ ਤਾਂ 4- ਬਣ ਜਾਏਗੀ। ਆਪਾਂ ਨੂੰ ਸਿਰਫ ਇਹਦੇ ਨਾਲ ਮਤਲਬ ਹੈ, ਕਿਉਂਕਿ ਕਾਊਂਟਰ ਆਇਨ ਨੇ ਜਿਓਮੈਟਰੀ, ਹਾਈਬ੍ਰਿਡਾਈਜੇਸ਼ਨ ਇਸ 'ਚ ਕੋਈ ਪਾਰਟੀਸਿਪੇਟ ਨਹੀਂ ਕਰਨਾ, ਕਿਸੇ ਚੀਜ਼ 'ਚ ਪਾਰਟੀਸਿਪੇਟ ਨਹੀਂ ਕਰਨਾ, ਆਪਾਂ ਨੂੰ ਸਿਰਫ ਸਕੁਆਇਰ ਬ੍ਰੈਕਟ ਵਾਲੇ ਪਾਰਟ ਨਾਲ ਮਤਲਬ ਹੈ। ਠੀਕ ਹੈ ਜੀ, ਹੁਣ ਇਹਦੇ ਅੰਦਰ ਦੇਖੋ ਸੈਂਟਰਲ ਐਟਮ ਕੌਣ ਹੈ, ਆਇਰਨ। ਠੀਕ ਹੈ, ਇਹਦੇ ਅੰਦਰ ਸੈਂਟਰਲ ਐਟਮ ਕੌਣ ਹੈ, ਇਹਦੇ ਅੰਦਰ ਹੈਗਾ ਆਇਰਨ। ਆਇਰਨ ਦੀ ਕੌਨਫੀਗਰੇਸ਼ਨ ਦੇਖਦੇ ਹਾਂ। ਆਇਰਨ ਕਿੰਨੇ ਨੰਬਰ ਤੇ ਹੁੰਦਾ, ਆਇਰਨ ਹੁੰਦਾ 26, ਯਾਨੀ ਕਿ ਇਹਦੀ ਕੌਨਫੀਗਰੇਸ਼ਨ ਕੀ ਆਏਗੀ, ਆਇਰਨ ਆਏਗਾ ਆਰਗਨ 18, ਉਸ ਤੋਂ ਬਾਅਦ ਆਏਗਾ 4s2, ਉਸ ਤੋਂ ਬਾਅਦ ਆਏਗਾ 3d6, ਹੈ ਨਾ। ਮੈਂ ਇਧਰ ਆਇਰਨ ਦੀ ਆਕਸੀਡੇਸ਼ਨ ਸਟੇਟ ਲੱਭਦਾ, x - 6 = -4, x ਆ ਜਾਏਗਾ +2। ਤਾਂ ਜੇ ਮੈਂ ਆਇਰਨ ਇੱਥੋਂ +2 ਕਰੂੰਗਾ ਤਾਂ 2 ਇਲੈਕਟ੍ਰੋਨ 4s ਦੇ ਉੱਡ ਜਾਣਗੇ, ਤਾਂ ਇੱਥੇ ਬਚੇਗਾ ਆਰਗਨ 18, 4s ਖਾਲੀ ਹੋ ਗਿਆ, 3d6, 4s0। ਸਹੀ ਹੈ ਜੀ। ਹੁਣ ਇੰਪੋਰਟੈਂਟ ਗੱਲ ਇੱਥੇ ਆਏਗੀ, 3d ਦੇ ਅੰਦਰ 6 ਇਲੈਕਟ੍ਰੋਨ ਭਰਨੇ ਨੇ, ਪਰ ਯਾਦ ਹੈ ਨਾ CFT ਕਹਿੰਦੀ ਹੈ ਆਕਟਾਹੈਡਰਲ 'ਚ ਇਸ ਤਰ੍ਹਾਂ ਨਾਲ ਨਹੀਂ ਹੁੰਦੇ, 3 ऑर्बिटल ਲੋਅਰ એનર્ਜੀ ਵਾਲੇ ਹੁੰਦੇ ਨੇ, 2 ऑर्बिटल ਹਾਇਰ એનર્ਜੀ ਵਾਲੇ ਹੁੰਦੇ ਨੇ। ਸਹੀ ਹੈ, ਹੁਣ ਸਾਰੀ ਗੱਲ ਲਿਗੈਂਡ ਤੇ ਖੜੀ ਹੈ। ਜੇ ਤੁਹਾਨੂੰ ਸਪੈਕਟ੍ਰੋਕੈਮੀਕਲ ਸੀਰੀਜ਼ ਥੋੜੀ ਜਿਹੀ ਵੀ ਯਾਦ ਹੈ ਤਾਂ ਤੁਹਾਨੂੰ ਯਾਦ ਹੋਵੇਗਾ ਵੀ ਸਾਇਨਾਈਡ ਇੱਕ ਸਟਰੋਂਗ ਫੀਲਡ ਲਿਗੈਂਡ ਹੈ।
ਤਾਂ ਸਟਰੋਂਗ ਫੀਲਡ ਲਿਗੈਂਡ ਦੇ ਅੰਦਰ ਆਹ ਵਾਲਾ ਗੈਪ ਜ਼ਿਆਦਾ ਹੋ ਗਿਆ। ਹੁਣ 6 ਇਲੈਕਟ੍ਰੋਨ ਭਰਨੇ ਨੇ, 6 ਇਲੈਕਟ੍ਰੋਨ ਭਰਨੇ ਸ਼ੁਰੂ ਕਰਦੇ ਆ। ਲੋਅਰ એનર્ਜੀ 1 2 3, ਹੁਣ ਚੌਥਾ ਇਲੈਕਟ੍ਰੋਨ ਇਸ ਗੈਪ ਤੇ ਡਿਪੈਂਡ ਕਰਦੇ। ਇਹ ਜੇ ਗੈਪ ਜ਼ਿਆਦਾ ਹੋਏਗਾ ਤਾਂ ਚੌਥਾ ਇਲੈਕਟ੍ਰੋਨ ਨੀਚੇ ਹੀ ਭਰ ਜਾਏਗਾ, ਜੇ ਗੈਪ ਘੱਟ ਹੋਏਗਾ ਤਾਂ ਚੌਥਾ ਇਲੈਕਟ੍ਰੋਨ ਉੱਪਰ ਭਰ ਜਾਏਗਾ। ਇਹੀ ਆਪਾਂ ਲਾਸਟ ਕਲਾਸ 'ਚ ਡਿਸਕਸ ਕਰਿਆ ਸੀਗਾ। ਹੁਣ ਸਾਇਨਾਈਡ ਇੱਕ ਸਟਰੋਂਗ ਫੀਲਡ ਲਿਗੈਂਡ ਹੈ ਤਾਂ ਇਹਦਾ ਮਤਲਬ ਇਹ ਗੈਪ ਕਾਫੀ ਜ਼ਿਆਦਾ ਹੈ, ਤਾਂ ਕਾਫੀ ਜ਼ਿਆਦਾ ਗੈਪ ਹੈ, ਇਹਦਾ ਮਤਲਬ ਚੌਥਾ ਇਲੈਕਟ੍ਰੋਨ ਨੀਚੇ ਹੀ ਭਰ ਜਾਏਗਾ, ਹੈ ਨਾ। ਤਾਂ T2G ਦੇ ਅੰਦਰ ਹੀ ਇਹਦਾ ਯਾਦ ਹੋਏਗਾ ਤੁਹਾਨੂੰ, ਇਹ T2G ਹੁੰਦੇ ਨੇ, ਇਹ EG ऑर्बिटल ने, ਤਾਂ ਚੌਥਾ ਇਲੈਕਟ੍ਰੋਨ T2G 'ਚ ਹੀ ਭਰ ਜਾਏਗਾ, ਪੰਜਵਾਂ ਫਿਰ T2G 'ਚ, ਛੇਵਾਂ ਫਿਰ T2G 'ਚ। ਗੱਲ ਸਮਝ ਆਈ ਨਾ। 3D ਦੇ ਅੰਦਰ ਇਸ ਟਾਈਮ ਤੇ 2 ऑर्बिटल ਖਾਲੀ ਪਏ ਨੇ, ਆਹ 2 ਵੇਕੈਂਟ ਪਏ ਨੇ। ਚਲੋ ਜੀ, ਕਿੰਨੇ ऑर्बिटल ਚਾਹੀਦੇ ਨੇ ਜੀ? 6। ਹੁਣ 3D ਤੋਂ ਬਾਅਦ 4s ਖਾਲੀ ਪਿਆ, 4p ਖਾਲੀ ਪਿਆ। ਦੇਖੋ 3D 'ਚ 2 ऑर्बिटल ਖਾਲੀ ਪਏ ਨੇ, D2, ਇੱਕ ऑर्बिटल s ਦਾ ਖਾਲੀ ਪਿਆ, s, 3 ऑर्बिटल ਆਪਾਂ ਨੂੰ 6 ਚਾਹੀਦੇ ਨੇ, 3 ऑर्बिटल p ਦੇ ਚੱਕ ਲਓ, ਤਾਂ D2sp3 ਇਹਦੀ ਹਾਈਬ੍ਰਿਡਾਈਜੇਸ਼ਨ ਆ ਗਈ। ਗੱਲ ਸਮਝ ਆਈ ਨਾ। ਜੇ ਅਗਰ ਇਹ ਇੱਕ ਵੀਕ ਫੀਲਡ ਲਿਗੈਂਡ ਹੁੰਦਾ ਤਾਂ ਮੈਂ 3 ਇਲੈਕਟ੍ਰੋਨ ਇੱਥੇ ਭਰ ਕੇ ਚੌਥਾ ਪੰਜਵਾਂ ਇੱਧਰ ਭਰਦਾ, ਤਾਂ ਫਿਰ D 'ਚ ਕੋਈ ਵੀ ਖਾਲੀ ऑर्बिटल ਨਹੀਂ ਬਚਦਾ। ਫਿਰ ਮੈਂ ਹਾਈਬ੍ਰਿਡਾਈਜੇਸ਼ਨ 4s ਤੋਂ ਸ਼ੁਰੂ ਕਰਦਾ, ਕਿਉਂਕਿ D 'ਚ ਤਾਂ ਖਾਲੀ ऑर्बिटल ਹੈ ਹੀ ਨਹੀਂ। ਹੁਣ D 'ਚ ਖਾਲੀ ऑर्बिटल ਪਏ ਨੇ ਤਾਂ ਪਹਿਲਾਂ ਇਹਦੇ ਵਾਲੇ ਖਾਲੀ ऑर्बिटल ਚੱਕੇ ਜਾਣਗੇ, ਫਿਰ S ਫਿਰ P, ਇਹਦੀ ਹਾਈਬ੍ਰਿਡਾਈਜੇਸ਼ਨ ਆ ਜਾਏਗੀ, ਹਾਈਬ੍ਰਿਡਾਈਜੇਸ਼ਨ ਹੋ ਗਈ। ਐਨੀ ਗੱਲ ਸਮਝ ਆਈ। ਮੈਗਨੈਟਿਕ ਮੂਵਮੈਂਟ ਚੈੱਕ ਕਰਿਓ, ਇਹ 'ਚ ਅਨਪੇਅਰਡ ਇਲੈਕਟ੍ਰੋਨ ਕਿੰਨੇ ਨੇ? ਸਾਰਾ ਕੁਝ ਹੀ ਪੇਅਰਡ ਹੈ, ਤਾਂ ਇਹ 'ਚ ਅਨਪੇਅਰਡ ਇਲੈਕਟ੍ਰੋਨ 0 ਹੋ ਗਏ, ਤਾਂ ਇਹਦੀ ਮੈਗਨੈਟਿਕ ਮੂਵਮੈਂਟ ਕਿੰਨੀ ਆ ਗਈ? 0। ਪੂਰਾ ਕਨਸੈਪਟ ਸਮਝ ਆਇਆ। ਤਾਂ ਇਹ ਜਿਹੜਾ ਸਾਇਨਾਈਡ ਹੈ ਇਹਦੇ ਸਟਰੋਂਗ ਫੀਲਡ ਹੋਣ ਦਾ ਸਾਨੂੰ ਇਹ ਫਾਇਦਾ ਮਿਲਿਆ ਵੀ ਸਟਰੋਂਗ ਫੀਲਡ ਦੇ ਨਾਲ ਸਾਨੂੰ ਪਤਾ ਲੱਗ ਗਿਆ ਵੀ ਇਹ ਗੈਪ ਜ਼ਿਆਦਾ ਹੈ, ਤਾਂ ਗੈਪ ਜ਼ਿਆਦਾ ਕਰਕੇ 3 ਇਲੈਕਟ੍ਰੋਨ ਨੀਚੇ ਭਰਾਂਗੇ, ਚੌਥਾ ਵੀ ਨੀਚੇ ਹੀ ਭਰ ਦਾਂਗੇ, ਉਹਨਾਂ ਗੈਪ 'ਚ ਇਲੈਕਟ੍ਰੋਨ ਕਵਰ ਨਹੀਂ ਕਰ ਪਾਉਂਦਾ, ਉਨੀ એનર્ਜੀ ਉਹਦੇ ਕੋਲ ਨਹੀਂ ਹੁੰਦੀ ਵੀ EG 'ਚ ਚਲਾ ਜਾਏ। ਗੱਲ ਸਮਝ ਆ ਰਹੀ ਹੈ ਕਿ ਨਹੀਂ ਆ ਰਹੀ? ਪੂਰਾ ਕਨਸੈਪਟ ਸਮਝ ਆਇਆ? ਫਟਾਫਟ ਇਹਨੂੰ ਨੋਟ ਕਰੋ, ਠੀਕ ਹੈ। ਜਿਨ੍ਹਾਂ ਨੂੰ ਕਈ ਚੀਜ਼ਾਂ ਨਹੀਂ ਪਤਾ ਲੱਗ ਰਹੀਆਂ ਪਲੀਜ਼ ਕੱਲ ਵਾਲਾ ਲੈਕਚਰ ਕ੍ਰਿਸਟਲ ਫੀਲਡ ਥਿਊਰੀ ਦਾ ਚੈੱਕ ਕਰੋ। ਮੈਂ ਕੋਸ਼ਿਸ਼ ਕਰੂੰਗਾ ਅੱਜ ਤੋਂ ਬਾਅਦ ਨਾ ਸਾਰੇ ਲੈਕਚਰ ਵਿਦ ਡੇਟ ਪਾਵਾਂ, ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਵੀ ਤੁਹਾਡਾ ਕਿਹੜੀ ਡੇਟ ਵਾਲਾ ਲੈਕਚਰ ਮਿਸਿੰਗ ਹੈ, ਉਸ ਡੇਟ ਨੂੰ ਤੁਸੀਂ ਆਰਾਮ ਨਾਲ ਓਪਨ ਅਪ ਕਰ ਲਓ, ਠੀਕ ਹੈ। ਇਹ ਵੀ ਲੈਕਚਰ YouTube ਤੇ ਜਾਏਗਾ, ਪਲੀਜ਼ ਪਿਛਲੇ ਵਾਲੇ ਲੈਕਚਰ ਵੀ ਕਵਰ ਅਪ ਕਰ ਲਓ, ਇਹ ਬਹੁਤ ਇੰਪੋਰਟੈਂਟ ਹੈ ਕ੍ਰਿਸਟਲ ਫੀਲਡ ਥਿਊਰੀ। ਨੋਟ ਕਰ ਲਓ ਜਲਦੀ ਜਲਦੀ। ਗੁਣਤਾਜ ਜੀ ਕਨਸੈਪਟ ਸਮਝ ਆਇਆ ਜਾਂ ਨਹੀਂ ਆਇਆ, ਕਿਵੇਂ ਕਰ ਰਹੇ? ਅਗਮ ਜੀ ਤੁਹਾਨੂੰ ਕਨਸੈਪਟ ਸਮਝ ਆਇਆ? ਠੀਕ ਹੈ ਜੀ। जल्दी जल्दी नोट करो। चलो पर नेक्स्ट अज नवे कॉन्सैप्ट करते थोड़े जे इस तो इलावा, ठीक है। एक ना छोटा जिहा फॉर्मूला है, बहुत रेयर आता है बट इंपॉर्टेंट, कई कोई भी चीज़ आ सकती है, ठीक है। कई बार एग्जामिनर पूछ लेगा पेपर च कि CFSC लभो किन्नी है, जिहड़ा आपां डेल्टा नॉट कहने आ, ਉਹਦੀ वैल्यू किन्नी है,
ਤਾਂ ਉਹਦੀ ਵੈਲਿਊ ਦਾ ਨਾ ਇੱਕ ਸਿੰਪਲ ਜਿਹਾ ਫਾਰਮੂਲਾ ਹੈ, ਉਹ ਫਾਰਮੂਲਾ ਲਿਖ ਲਓ। ਉਹ ਫਾਰਮੂਲਾ ਹੈ -0.4 into number of electrons in T2g orbital, -0.4 into number of electrons in T2g orbital plus 0.6 into number of electrons in EG orbital. (0.6) into number of electrons in EG orbital। मतलब जिन्ने T2g च इलैक्ट्रॉन ने सारे गिण के उन्होंने -0.4 ਨਾਲ ਮਲਟੀਪਲਾਈ ਕਰ ਦਿਓ, जिन्ने EG च इलैक्ट्रॉन ने सारे गिण के उन्होंने 0.6 ਨਾਲ ਮਲਟੀਪਲਾਈ ਕਰ ਦਿਓ। ਇਹਨੂੰ ਸੋਲਵ ਕਰ ਲਓ, ਜੋ ਵੀ ਵੈਲਿਊ ਆਏਗੀ ਤੁਸੀਂ ਕਹਿਣਾ ਜੀ CFSE ਦੀ ਵੈਲਿਊ ਹੈ। ठीक है, जो भी वैल्यू आएगी, जिमें मैं एक एग्जांपल लेना है, मान लो मेरे को ना D4 कॉन्फ़िगरेशन है। ਹੁਣ D4 कॉन्फ़िगरेशन किमें किमें हो सकती है, देखो या तो हो सकता है T2g च 3 इलैक्ट्रॉन जान, एक EG च जावे, यही हो सकती है। या हो सकता है चारों दे चारों इलैक्ट्रॉन T2g च जान और EG दे विच कोई इलैक्ट्रॉन ना जावे, है ना। यानी कि 1 2 3 4 आही दो केसेस हो सकते हैं। अगर पहले केस की गल करते हैं, पहले केस च CFSE कितनी आएगी, CFSE -0.4 नंबर ऑफ इलैक्ट्रॉन इन T2g च कितने इलैक्ट्रॉन ने 3 प्लस 0.6 नंबर ऑफ इलैक्ट्रॉन इन EG आ गया 1, तो यह आ गया -1.2 प्लस 0.6, यह आ गया -0.6 डेल्टा नॉट। इस तरह नाल इनू सॉल्व करना है। और इधर की आएगा, इधर CFSE की वैल्यू कितनी आएगी, क्रिस्टल फील्ड स्प्लिटिंग एनर्जी, यह आएगा -0.4 इंटू T2g वाले इलैक्ट्रॉन, T2g कितने इलैक्ट्रॉन ने 4 प्लस 0.6 इंटू EG वाले इलैक्ट्रॉन, EG वाले इलैक्ट्रॉन ने 0, तो यह आएगा -1.6 प्लस 0, तो इत्थे CFSE की वैल्यू आएगी -1.6 डेल नॉट। तो बिल्कुल बच्चों के वाला एक क्वेश्चन आ सकता है, कदे हो सकता है इस फॉर्मूले चो कोई क्वेश्चन आ जाए। खल है जी। चलो ਹੁਣ ਆਪਾਂ ਬਹੁਤ ਇੰਪੋਰਟੈਂਟ ਟੌਪਿਕ ਵੱਲ मूव ਕਰਦੇ ਹਾਂ। देखो ਜਿਹੜਾ ਲਾਸਟ ਕਲਾਸ ਸੀਗੀ ਉਹਦੇ ਅੰਦਰ ਆਪਾਂ ਨੇ ਕ੍ਰਿਸਟਲ ਫੀਲਡ ਸਪਲਿਟਿੰਗ ਕਰੀ ਸੀਗੀ ਟੈਟਰਾ ਆਕਟਾਹੈਡਰਲ ਵਾਸਤੇ। ਅੱਜ ਆਪਾਂ ਕਰਾਂਗੇ ਕ੍ਰਿਸਟਲ ਫੀਲਡ ਸਪਲਿਟਿੰਗ ਫॉर ਸਕੁਆਇਰ ਪਲੇਨਰ। ਤਾਂ ਉਹ ਪਹਿਲਾ ਸੀਗਾ ਸਾਰਾ ਸੈਗਮੈਂਟ, ਹੁਣ ਹੈ ਦੂਸਰਾ, ਦੂਜੇ ਨੰਬਰ ਤੇ ਲਿਖੋ ਕ੍ਰਿਸਟਲ ਫੀਲਡ ਥਿਊਰੀ फॉर स्क्वायर प्लेनर कॉम्पलैक्स। मतलब अगर मेरे को कॉम्पलैक्स स्क्वायर प्लेनर शेप के विच है तो उहदे ते लिगेंड दे फील्ड का की असर होएगा। ठीक है, पहली गल तो स्क्वायर प्लेनर शेप नूं थोड़ा जिहा इमैजिन करो, मेरे को होएगा मैटल, मैटल दे 4 एक्सिस तो यानी कि 2 एक्सिस तो 4 डायरैक्शनस तो लिगेंड अटैक कर रहे होंगे और ये सारा कुछ एक प्लेन च होएगा, ना इस प्लेन के ऊपर कुछ है ना इस प्लेन के नीचे कुछ है। सही है ना। इस सारा का आपस च एंगल रहेगा 90 डिग्री। ठीक है, मैं मान के चलदा आ वाला मेरा एक्स एक्सिस है, तो एक्स एक्सिस दे आ परपेंडिकुलर हो गया, यानी कि आ मेरा हो गया वाई एक्सिस, आ -x हो गया, -y हो गया। सही है ना। हुण गल देखो, जेडे लिगेंड ने लिगेंड इस टाइम सिर्फ एक्स और वाई तो अटैक कर रहे हैं, होर कितों अटैक नहीं कर रहे।
यानी कि ਜਿਹੜੇ ऑर्बिटल एग्जैक्टली एक्स और वाई ਦੇ ਰਸਤੇ ਜਾਂਦੇ ਨੇ ਉਹਨਾਂ ਨੂੰ ਜ਼ਿਆਦਾ ਰਿਪਲਸ਼ਨ ਹੋਏਗੀ। ਹੁਣ डी ਦੇ 5 ऑर्बिटल ਹੁੰਦੇ ਨੇ ਹੈ ਨਾ, ਕਿਹੜੇ ਕਿਹੜੇ डी ਦੇ ऑर्बिटल ਹੁੰਦੇ ਨੇ dxy dyz dxz dx ਸਕੁਆਇਰ ਮਾਈਨਸ y ਸਕੁਆਇਰ ਐਂਡ dz ਸਕੁਆਇਰ। अगर ਤੁਹਾਨੂੰ याद ਹੋਵੇ एग्जैक्टली एक्स वाई ਦੇ ਸਾਹਮਣੇ ਕਿਹੜੇ ਕਿਹੜੇ ऑर्बिटल ਆਉਂਦੇ ਨੇ, याद है ना dx स्क्वायर माइनस वाई स्क्वायर एग्जैक्टली एक्स वाई के सामने आता है क्योंकि ये एक्स और वाई के बिल्कुल सामने आता है ना। तो यदा मतलब जो dx स्क्वायर माइनस वाई स्क्वायर है ये बिल्कुल सामने फेस कर रहा है, तो यदी रिपल्शन क्या रहेगी, ज़्यादा रहेगी। इन्नी गल समझ आ रही है, ठीक है, इस तरह नाल पता लग रहा। अच्छा, इस तो बाद डी Z स्क्वायर है ना, हुण इहदी एनर्जी इनू सब तो ज़्यादा रिपल्शन हो रही है, तो चलो जी एक्स वाई जिहदी रिपल्शन होंदी है उहदी एनर्जी की होंदी है, वध जाती है। कल भी आपां यही पढ़िया सी जिहदी रिपल्शन होएगी उहदी एनर्जी वध जाएगी। अगली गल डी Z स्क्वायर, हुण डी Z स्क्वायर ना इस ऑर्बिटल च है, इस दे परपेंडिकुलर और थल्ले। हुण बच्चे सोचते हैं भी सर देखो जी डी Z स्क्वायर दे सामने तो कोई भी नहीं है, तो डी Z स्क्वायर नूं तो बिल्कुल ही रिपल्शन नहीं हो रही, वो गल गलत है। जे डी Z स्क्वायर की शेप देखो तो डी Z स्क्वायर जिवें आ प्लेन है, तो डी Z स्क्वायर प्लेन के परपेंडिकुलर होंदा है, उपर और नीचे होंदा है, बिल्कुल सही गल है, जिहड़ा कि इत्थे नहीं आ रहा। बट डी Z स्क्वायर च एक रिंग भी होंदी है, जे तुहानूं याद होवे वो रिंग एक्स और वाई दे बिल्कुल सामने होंदी है, याद है ना। डी Z स्क्वायर है जिहड़ा वो च एक रिंग भी होंदी है, रिंग एक्स और वाई दे बिल्कुल सामने होंदी है। इहदा मतलब डी एक्स स्क्वायर माइनस वाई स्क्वायर नूं भी रिपल्शन होएगी, डी Z स्क्वायर नूं भी रिपल्शन होएगी। डी Z स्क्वायर नूं रिपल्शन इस रिंग करके होएगी क्योंकि इहदी रिंग लिगेंड दे बिल्कुल सामने आ रही है, इत्थे एक रिंग है वो लिगेंड दे बिल्कुल सामने है, तो इनू भी रिपल्शन हो रही है, इनू भी रिपल्शन हो रही है। ये गल समझ आ रही है या नहीं आ रही, ठीक है। अगली चीज़ जिहड़ा डी वाई Z है ਇਹਦਾ एक्स नाल कोई लेना देना नहीं है, तो ये बहुत एक स्टेबल है क्योंकि इनू ये एक्स वाई दे डायरैक्टली सामने नहीं आता है। हाँ जी हुण दिख रही है, ठीक है। वो एक्चुअली जो हथ कर दे तो शायद कैमरे का फोकस उधर हो जाता होगा, ठीक है। हुण जिहड़ा डी वाई Z और डी एक्स Z है, जिहड़ा डी वाई Z है और डी एक्स Z है, ये देखो ये दोनों Z प्लेन आ रहे हैं इन्हां च, और Z प्लेन च कुछ भी नहीं हैगा, तो इन्हां दोनों नूं रिपल्शन घट होएगी, है ना। डी एक्स वाई च एक्स और वाई प्लेन आ रहे हैं, बट ये एक्स और वाई प्लेन के विचकार हुंदा है, यानी कि इत्थे हुंदा है, तो इनू इन्हां दोनों नालों ज़्यादा रिपल्शन होएगी, है ना। सोच के देखो ना डी वाई Z च Z प्लेन वाले भी ऑर्बिटल आ गए, तो Z प्लेन वाले ऑर्बिटल नूं तो किसी पासों रिपल्शन नहीं है, ना इनू रिपल्शन हो रही है ना इनू रिपल्शन हो रही है, तो आ दोनों आ गए सब तो ज़्यादा स्टेबल। आ बिल्कुल ही सामने आ गया ये सब तो लीस्ट स्टेबल, सब तो ज़्यादा एनर्जी, ये भी सामने आए बट ये एक ऑर्बिटल ਇਹਦਾ बाहर भी है, तो इनू भी रिपल्शन हो रही है, पर एक्स स्क्वायर माइनस वाई स्क्वायर जिन्नी नहीं हो रही, इनू रिपल्शन हो रही है, ठीक है। और डी एक्स वाई भी बहुत रिपल्शन हो रही है क्योंकि डी एक्स वाई भी प्लेन का ही पार्ट है, सारा कुछ प्लेन च है और प्लेन च ही अटैक हो रहा है, तो ये अंदर कुछ स्प्लिटिंग बिल्कुल ही अलग तरह की होंगी है, ठीक है। किमें आ देखो आ मेरे को आ गए डी दे 5 ऑर्बिटल, सही है ना। ये 5 ऑर्बिटल अलग ही तरह नाल डिफरेंशिएट होंदे ने, इस तरह 1 2 3 ਇਹਦੇ ਵਿੱਚ ਐਵੇਂ 4 ਲੇਅਰਸ ਬਣਦੀਆਂ ਨੇ। ਇਹਦੇ ਚੋਂ ਤੁਹਾਨੂੰ ਕੋਈ ਕੁਐਸਚਨ ਨਹੀਂ ਆਏਗਾ, ਬਟ ਤੁਹਾਨੂੰ ਇਹ ਚੀਜ਼ਾਂ ਛੋਟੀਆਂ ਛੋਟੀਆਂ ਪਤਾ ਹੋਣੀਆਂ ਚਾਹੀਦੀਆਂ ਨੇ, ਆਬਜੈਕਟਿਵ ਦਾ ਕੋਈ ਵੀ ਕੁਐਸਚਨ ਬਣ ਸਕਦਾ ਹੈ। ਇਹਦੇ 'ਚ 4 ਲੇਅਰ ਹੁੰਦੀਆਂ ਨੇ। ਸਭ ਤੋਂ ਜ਼ਿਆਦਾ ਅਨਸਟੇਬਲ ਕੌਣ ਹੈ, ਜਿਹਨੂੰ ਸਭ ਤੋਂ ਵੱਧ ਰਿਪਲਸ਼ਨ ਹੋ ਰਹੀ ਹੈ, ਜਿਹੜਾ ਬਿਲਕੁਲ ਐਕਸ ਔਰ ਵਾਈ ਦੇ ਸਾਹਮਣੇ ਹੈ, ਕੌਣ, ਆ ਵਾਲਾ dx ਸਕੁਆਇਰ ਮਾਈਨਸ ਵਾਈ ਸਕੁਆਇਰ। ਦੂਜੇ ਨੰਬਰ ਤੇ ਹੁਣ ਇਹਨੂੰ ਵੀ ਰਿਪਲਸ਼ਨ ਹੋ ਰਹੀ ਹੈ ਔਰ dxy ਨੂੰ ਵੀ ਰਿਪਲਸ਼ਨ ਹੋ ਰਹੀ ਹੈ, ਬਟ ਇਹਦਾ ਸਿਰਫ ਇੱਕ ਛੋਟਾ ਜਿਹਾ ਹਿੱਸਾ ਹੀ ਹੈ ਜਿਹੜਾ ਪਲੇਨ 'ਚ ਹੈ, ਇਹ ਸਾਰਾ ਹੀ ਪਲੇਨ 'ਚ ਹੈ, ਤਾਂ ਇਹਨੂੰ ਜ਼ਿਆਦਾ ਰਿਪਲਸ਼ਨ ਹੋ ਰਹੀ ਹੈ, ਤਾਂ ਦੂਜੇ ਨੰਬਰ ਤੇ ਆਏਗਾ dxy। ਤੀਜੇ ਨੰਬਰ ਤੇ ਹੁਣ ਆ ਦੋਨਾਂ ਦਾ z ਵਾਲੇ ਨੂੰ ਤਾਂ ਕੋਈ ਰਿਪਲਸ਼ਨ ਨਹੀਂ ਹੈ, ਬਟ ਇਹਨੂੰ ਸਟਿਲ ਪਲੇਨ ਵਾਲੇ ਪਾਰਟ ਨੂੰ ਤਾਂ ਕਾਫੀ ਰਿਪਲਸ਼ਨ ਹੈ, ਇੱਥੇ ਆਏਗਾ dz ਸਕੁਆਇਰ। और सब तो स्टेबल कौन आएंगे जिन्हां च z एक्सिस आ रहे हैं, डी वाई जेड और डी एक्स जेड। तो एवें ना टैट्राहेड्रल के अंदर आ जिहड़े डीजनरेट डी ऑर्बिटल्स हुंदे ने जिन्हां दी सेम एनर्जी हुंदी है, ठीक है, ये एवें 5 पार्ट च 4 पार्ट से डिवाइड हो जाते हैं।
ਇਹਦੇ ਚੋਂ ਕੋਈ ਕੁਐਸਚਨ ਨਹੀਂ ਆਏਗਾ, ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ, ਕੋਈ ਕੁਐਸਚਨ ਨਹੀਂ ਆਏਗਾ, ਬਟ ਸਟਿਲ ਤੁਹਾਨੂੰ ਆ ਛੋਟੀਆਂ ਛੋਟੀਆਂ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਨੇ। ठीक है, नोट कर लो। अगर आप बनाना चाहते हो शेप्स तो बना लो, अगर वैसे याद ने शेप्स तो बनाने की कोई जरूरत नहीं है। ठीक है, आराम नाल हो जाएगा। बट आ चीज इंपॉर्टेंट है, डी ऑर्बिटल की स्प्लिटिंग किवें हो रही है वो इंपॉर्टेंट है। नोट करो जल्दी जल्दी। ਇਹਦੇ ਵਿੱਚ मैं कुछ लिखवा नहीं रहा, सिर्फ एक कॉन्सैप्ट पता होना चाहिए भी आ स्प्लिटिंग क्यों आई है। ठीक है, ਜਿਹੜਾ एक्स और वाई ਨੂੰ डायरैक्टली फेस कर रहा सब तो ज़्यादा रिपल्शन। ठीक है, ਜਿਹੜਾ एक्स वाई ਦੇ ਜਿਹੜਾ एक्स वाई ਦੇ प्लेन 'ਚ ਹੀ बैठा है ਉਹਨੂੰ ਸੈਕਿੰਡ ਨੰਬਰ ਤੇ रिपल्शन, ਜਿਹੜਾ ਜ਼ਿਆਦਾतर Z 'ਚ है थोड़ा ਜਿਹਾ ਇਹਦੇ ਅੰਦਰ है ਉਹਨੂੰ थर्ड नंबर ਤੇ रिपल्शन। ठीक है, इस तरह ਨਾਲ ਇਹ आएगा। नोट करो जल्दी। स्क्वायर प्लेनर वाला सीगा, नोट कर लो। ठीक है जी, थर्ड करते हैं। तीसरे वाला थोड़ा जा इंपॉर्टेंट है, इस तो स्क्वायर प्लेनर वाला इन्ना ज़्यादा नहीं आता। तीसरे लिखो टेट्राहेड्रल। थर्ड लिखो क्रिस्टल फील्ड थ्योरी CFT, क्रिस्टल फील्ड थ्योरी फॉर टेट्राहेड्रल कॉम्प्लेक्स। क्रिस्टल फील्ड थ्योरी फॉर टेट्राहेड्रल कॉम्प्लेक्स। ਹੁਣ ਇਹਦੇ ਲਈ ਪਹਿਲਾਂ ਟੈਟਰਾहेड्रल शेप सोचो ਕਿਹੋ ਜਿਹੀ ਹੁੰਦੀ ਹੈ। ਟੈਟਰਾहेड्रल शेप कुछ इस तरह ਦੀ ਹੁੰਦੀ ਹੈ ਨਾ, ਦੋ ਲਿਗੈਂਡਸ ਆ ਸੀਗੇ ਆਪਸ 'ਚ 109.5 ਡਿਗਰੀ ਦਾ ਐਂਗਲ ਹੁੰਦਾ। ਠੀਕ ਹੈ, ਇੱਕ ਇਸ ਪਲੇਨ 'ਚੋਂ ਬਾਹਰ ਆ ਰਿਹਾ ਹੁੰਦਾ ਔਰ ਇੱਕ ਇਸ ਪਲੇਨ ਦੀ ਬੈਕ ਸਾਈਡ ਤੇ ਹੁੰਦਾ। ਯਾਦ ਹੈ ਨਾ ਸਾਰਿਆਂ ਨੂੰ? ਠੀਕ ਹੈ, ਹੁਣ ਇਹ ਗੱਲ ਨੋਟ ਕਰੋ, ਇਹਨਾਂ 'ਚੋਂ ਕੋਈ ਵੀ ਇੱਕ ਐਕਸਿਸ ਦੇ ਉੱਪਰ ਅਟੈਕ ਨਹੀਂ ਕਰ ਰਿਹਾ एग्जैक्टली, ना तो एक्स ना वाई, ये भी Z नहीं है, ये प्लेन च ही पे आ दोनों प्लेन च ही पे ने उपरों या एक्स एक्सिस तो या वाई एक्सिस तो एग्जैक्टली कोई अटैक नहीं हो रहा। ठीक है ना, तो ये की होएगा जेडे तो एक्सिस दे उपर एग्जैक्ट पे ने उन्होंने सामने तो कोई लिगेंड नहीं है, पर जेडे एक्सिस दे विचकार ने उन्होंने सामने लिगेंड ने, है ना। अगर तुम इनू एक्स एक्सिस मनो, देखो आ बन गया एक्स एक्सिस। ठीक है, अब वर्टिकल च जाएगा वाई एक्सिस और ऊपर जाएगा जेड एक्सिस, है ना। इच लिगेंड एग्जैक्टली ये भी थोड़ा जिहा टिल्टेड हुंदा है, मैं इधर बिल्कुल एग्जैक्टली इधर बनाया, थोड़ा जिहा इधर टिल्टेड हुंदा है, तो कुछ भी एक्स और वाई दे ऊपर नहीं है। तो इस ना ऑक्टाहेड्रल तो बिल्कुल उल्टा हुंदा है। ऑक्टाहेड्रल च की सीगा, जेडे डी ऑर्बिटल एक्सिस ते पए दे उन्हां नूं ज़्यादा रिपल्शन है, जेडे एक्सिस दे विच ने उन्हां नूं घट रिपल्शन है। ਟੈਟਰਾहेड्रल ਚ ਉਲਟਾ ਹੈ, ਜਿਹੜੇ ਐਕਸਿਸ ਦੇ ਵਿੱਚ ਪਏ ਨੇ ਆ ਜਿਹੜੇ ਹੁਣ ਜਿਵੇਂ ਜਿਹੜਾ ਇੱਥੇ ਆਏਗਾ ਐਕਸ ਔਰ ਵਾਈ ਵਾਲਾ dxy, ਉਹਦੇ ਸਾਹਮਣੇ ਤਾਂ ਲਿਗੈਂਡ ਆ ਰਿਹਾ, ਉਹਨਾਂ ਨੂੰ ਜ਼ਿਆਦਾ ਰਿਪਲਸ਼ਨ ਹੈ। ਤਾਂ ਇਹ ਬਿਲਕੁਲ ਟੈਟਰਾहेड्रल ऑक्टाहेड्रल ਤੋਂ ਉਲਟਾ ਹੈ। ਤਾਂ ਬਿਲਕੁਲ ਹੀ ਬੇਸਿਕ ਹੈ। ਡੀ ਦੇ 5 ऑर्बिटल ਬਣਾ ਲਓ। ਤਾਂ 5 ऑर्बिटल ਚ ਪਿਛਲੀ ਵਾਰੀ ਜਦੋਂ ਸਪਲਿਟਿੰਗ ਕਰੀ ਸੀਗੀ, ਲੋਅਰ એનર્ਜੀ ਤੇ 3 ऑर्बिटल ਸੀਗੇ, ਹਾਇਰ એનર્ਜੀ ਤੇ 2 ऑर्बिटल ਸੀਗੇ। ਇਸ ਵਾਰ ਉਲਟਾ ਹੈ, इस बार इत्थे हायर एनर्जी ते 3 ऑर्बिटल जाणगे
और लोअर एनर्जी ते 2 ऑर्बिटल जाणगे। ठीक है ना। ਕਿਹੜੇ ਕਿਹੜਿਆਂ ਨੂੰ ਜ਼ਿਆਦਾ ਰਿਪਲਸ਼ਨ ਹੋ ਰਹੀ ਹੈ? ਜਿਹੜੇ ਪਲੇਨ ਦੇ ਵਿੱਚ ਪਏ ਨੇ, ਜਿਹੜੇ ਐਕਸਿਸ ਦੇ ਵਿੱਚ ਆਉਂਦੇ ਨੇ, ਯਾਨੀ ਕਿ ਇੱਥੇ ਬਣੇਗਾ dxy dyz dxz। ਲੋਅਰ એનર્ਜੀ ਵਾਲੇ dx ਸਕੁਆਇਰ ਮਾਈਨਸ y ਸਕੁਆਇਰ ਐਂਡ dz ਸਕੁਆਇਰ। ਠੀਕ ਹੈ। ਹੁਣ ਜਿਹੜਾ ਇਹਨਾਂ ਦੇ ਵਿਚਲਾ ਗੈਪ ਹੈ ਇਹਨੂੰ ਬੋਲਿਆ ਜਾਏਗਾ डेल्टा टी, क्योंकि टेट्राहेड्रल है। सेंट्रल ओम ही रहेगा, बेरी सेंटर ही रहेगा। ठीक है। इस बार पिछली बार नीचे वाला 0.4 टाइम्स सीगा, ऊपर वाला 0.6 टाइम्स सीगा, है ना। इस बार उल्टा है। इस बार ऊपर वाले की एनर्जी है 0.4 टाइम्स डेल्टा टी, नीचे वाले की एनर्जी है 0.6 टाइम्स डेल्टा टी। ठीक है। और ਜਿਹੜਾ ਉੱਪਰ ਵਾਲਾ ਹੈ ਉਹਨੂੰ T2 ਇਸ ਵਾਰ G ਦੀ ਯੂਜ਼ ਕਰਦੇ। ਠੀਕ ਹੈ। G ਸਿਰਫ ਸਿਮੈਟ੍ਰੀਕਲ ਕੇਸਿਸ 'ਚ ਯੂਜ਼ ਕਰਦੇ ਆ ਜਿਹੜੇ ਸਾਰੇ ਐਕਸਿਸ ਤੇ ਸਿਮੈਟਰੀ 'ਚ ਹੋਣ। ਠੀਕ ਹੈ। ਤਾਂ ਇੱਥੇ T2 ਨੀਚੇ ਆਏਗਾ E। ਪਿਛਲੀ ਵਾਰੀ ਉਲਟਾ ਸੀਗਾ, 3 ਨੀਚੇ ਸੀਗੇ ਉਹਨਾਂ ਨੂੰ T2G ਕਹਿੰਦੇ ਸੀਗੇ, ਆਹ 2 ਉੱਪਰ ਸੀ ਇਹਨਾਂ ਨੂੰ EG ਕਹਿੰਦੇ ਸੀਗੇ। ਇਸ ਵਾਰ ਬਿਲਕੁਲ ਇਨਵਰਸ ਕਰਤਾ ਆਪਾਂ ਨੇ, 3 ਉੱਪਰ ਹੈ ਉਹ T2, 2 ਨੀਚੇ ਆ ਉਹ E। ਨੋਟ ਕਰ ਲਓ ਜਲਦੀ ਜਲਦੀ। ਇਹਦੇ ਵਿੱਚੋਂ ਵੀ ਐਜ਼ ਇਟ ਇਜ਼ ਕੋਈ ਕੁਐਸਚਨ ਨਹੀਂ ਆਏਗਾ, ਤੁਹਾਨੂੰ ਕੋਈ ਦਿੱਕਤ ਨਹੀਂ, ਕੋਈ ਟੈਨਸ਼ਨ ਨਹੀਂ ਲੈਣੀ ਵੀ ਸਪਲਿਟਿੰਗ ਦੇ ਹਿਸਾਬ ਨਾਲ ਇਲੈਕਟ੍ਰੋਨ ਉੱਪਰ ਜਾਏਗਾ ਨੀਚੇ ਜਾਏਗਾ। ਜਿਹੜੀ CFSC ਦਾ ਕੁਐਸਚਨ ਆਏਗਾ ਨਾ ਉਹ ਸਿਰਫ ਆਕਟਾਹੈਡਰਲ 'ਚੋਂ ਆਏਗਾ। ਠੀਕ ਹੈ ਨਾ। ਆਕਟਾਹੈਡਰਲ ਵਾਲਾ ਤੁਹਾਨੂੰ ਬਿਲਕੁਲ ਰਟਿਆ ਹੋਣਾ ਚਾਹੀਦਾ ਹੈ ਕਿਹੜਾ ਲਿਗੈਂਡ ਸਟਰੋਂਗ ਫੀਲਡ ਹੁੰਦਾ ਹੈ, ਕਿਹੜਾ ਲਿਗੈਂਡ ਵੀਕ ਫੀਲਡ ਹੁੰਦਾ ਹੈ, ਕਿ ਇਹਨਾਂ ਦੇ ਵਿੱਚ ਨੀਚੇ ਇਲੈਕਟ੍ਰੋਨ ਭਰਨੇ ਨੇ, ਕਿਹਦੇ 'ਚ ਉੱਪਰ ਭੇਜਣੇ ਨੇ, ਉਹ ਚੀਜ਼ਾਂ ਤੁਹਾਨੂੰ ਐਨ ਚੰਗੀ ਤਰ੍ਹਾਂ ਨਾਲ ਆਉਣੀਆਂ ਚਾਹੀਦੀਆਂ। ਉਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਪਰ ਟੈਟਰਾਹੈਡਰਲ ਸਕੁਆਇਰ ਪਲੇਨਰ ਦੀ ਸਿਰਫ ਡਿਸਟਰੀਬਿਊਸ਼ਨ ਪਤਾ ਹੋਣੀ ਚਾਹੀਦੀ ਹੈ। ਐਜ਼ ਇਟ ਇਜ਼ ਇਹਦੇ 'ਤੇ ਕੁਐਸਚਨ ਨਹੀਂ ਆਉਂਦਾ। ਇਹ ਇੰਨਾ ਜ਼ਿਆਦਾ ਗੈਪ ਨਹੀਂ ਹੁੰਦਾ ਵੀ 2 ਥੱਲੇ ਭਰਨ ਫਿਰ ਇਲੈਕਟ੍ਰੋਨ ਉੱਪਰ ਜਾਣ। ਇਹ 'ਚ ਨੋਰਮਲ ਤਰੀਕੇ ਦੇ ਨਾਲ ਹੀ ਭਰੇ ਜਾਂਦੇ ਨੇ। ਕਦੇ ਵੀ ਟੈਟਰਾਹੈਡਰਲ ਕੰਪਾਊਂਡ 'ਚ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ। नोट करो जल्दी। ਨੋਟ ਕਰ ਲਿਆ ਜੀ। ਹੁਣ ਆਪਾਂ CFT ਨੂੰ ਵਾਈਂਡ ਅਪ ਕਰਦੇ ਹਾਂ ਥੋੜਾ ਜਿਹਾ। ਲਿਖੋ ਮਾੜਾ ਜਿਹਾ। ਫੈਕਟਰਸ ਅਫੈਕਟਿੰਗ the magnitude of factors affecting the magnitude of orbital splitting energy. Factors affecting magnitude of orbital splitting energy. मतलब आ जिहड़ा गैप आंदा है भावें ऑक्टाहेड्रल है भावें टैट्राहेड्रल है, ये गैप किहड़ी किहड़ी चीज़ दे नाल बदलदा है। एक तो आपां नूं पता है कि अगर लिगेंड स्ट्रोंग फील्ड होएगा तो ये गैप ज़्यादा आएगा, अगर लिगेंड वीक फील्ड होएगा तो ये गैप घट आएगा। एक पॉइंट तो पता है, होर भी कुछ पॉइंट्स ने। लिखो पहला पॉइंट लिखो। ठीक है। इन केस ऑफ स्ट्रोंग फील्ड लिगेंड the energy gap is more. In case of strong field ligand the energy gap is more. ਇਹਦੇ ਬਾਰੇ ਬਹੁਤ ਕੁਝ ਪਹਿਲਾਂ ਐਕਸਪਲੇਨ ਕਰ ਚੁੱਕੇ ਹਾਂ ਤਾਂ ਮੈਂ ਪੁਆਇੰਟ ਨੂੰ ਜ਼ਿਆਦਾ ਇਲੈਬੋਰੇਟ ਨਹੀਂ ਕਰੂੰਗਾ, ਬਸ ਇੰਨਾ ਹੀ ਲਿਖਾਂਗੇ ਬਸ। in case of strong field ligand the energy gap is more। ਜਿਵੇਂ ਕਾਰਬੋਨਾਈਲ ਹੋ ਗਿਆ, ਜਿਵੇਂ ਸਾਇਨਾਈਡ ਹੋ ਗਿਆ,
ये सारे केसिस के अंदर आ एनर्जी गैप ज़्यादा बन जाता है क्योंकि इन्हों बोलते हैं स्ट्रोंग फील्ड, इन्हों का फील्ड बहुत तगड़ा होंगे तो ज़्यादा रिपल्शन कॉज करते हैं। ठीक है, सेकेंड लिखो, सेकेंड पॉइंट, higher the oxidation state of central ion, higher the oxidation state of central ion, comma, larger the value of delta. Higher the oxidation state of central atom, larger the value of delta. जिन्नी सेंट्रल एटम की ऑक्सीडेशन स्टेट ज़्यादा होएगी उन्ना ये गैप भी ज़्यादा होएगा। देखो ये गैप कादे करके आ रहा है, इलैक्ट्रोस्टैटिक फोर्सेस करके आ रहे हैं, है ना। तो सेंट्रल मैटल ते जिन्ना चार्ज होएगा उन्नी ज़्यादा स्ट्रोंग फोर्सेस होणगियां ते इलैक्ट्रोस्टैटिक फोर्सेस उन्ना ज़्यादा रोल प्ले करनगियां, तो उन्ना ही गैप बढ़ेगा। हायर द ऑक्सीडेशन स्टेट ऑफ सेंट्रल आयन, कॉमा, लार्जर द वैल्यू ऑफ डेल्टा। नैक्सट पॉइंट लिखो, ਹੁਣ ਜਿਵੇਂ ਨਾ ਡੀ ਬਲੌਕ ਹੈ, ਜਿਹੜਾ ਆਪਣਾ ਸੈਂਟਰਲ ਐਲੀਮੈਂਟ ਹੁੰਦਾ ਉਹ ਡੀ ਬਲੌਕ ਦਾ ਹੈ, ਯਾਨੀ ਕਿ ਉਹ ਡੀ ਬਲੌਕ ਦੇ ਵਿੱਚੋਂ ਵੀ ਕਿਹੜੀ ਸੀਰੀਜ਼ ਦਾ, ਜਿਵੇਂ ਡੀ ਬਲੌਕ ਦੇ ਵਿੱਚ ਵੀ ਤਾਂ 4 ਸੀਰੀਜ਼ ਹੁੰਦੀਆਂ ਨੇ, 3D ਸੀਰੀਜ਼ ਹੁੰਦੀ ਹੈ ਡੀ ਬਲੌਕ ਦਾ ਪਹਿਲਾ ਪੀਰੀਅਡ, ਫਿਰ 4D ਸੀਰੀਜ਼ ਹੁੰਦੀ ਹੈ, ਫਿਰ 5D ਸੀਰੀਜ਼ ਹੁੰਦੀ ਹੈ। ਤਾਂ ਐਲੀਮੈਂਟ ਜਿਹੜਾ ਸੈਂਟਰਲ ਐਲੀਮੈਂਟ ਹੈ ਉਹ ਜਿਹੜੀ ਸੀਰੀਜ਼ ਨੂੰ ਬਿਲੋਂਗ ਕਰਦਾ ਹੈ ਉਹਦੇ ਹਿਸਾਬ ਨਾਲ ਵੀ ਇਹ ਗੈਪ ਵੱਧਦਾ ਜਾਂ ਘਟਦਾ ਹੈ। ਠੀਕ ਹੈ, ਤਾਂ ਲਿਖੋ ਮਾੜਾ ਜਿਹਾ, ਇਨ ਦਾ ਡੀ ਬਲੌਕ ਐਲੀਮੈਂਟਸ, in the D block elements for same group, in the D block elements for same group, as we move from, in the D block elements for same group, as we move from 3D to 4D to 5D elements, 3D to 4D to 5D elements, comma, delta increases, यानी कि वो गैप बढ़ता रहता है, delta increases। अच्छा, तो अगर क्वेश्चन आ जाए कि एक 5D सीरीज का एलीमेंट है और एक 3D सीरीज का एलीमेंट है, किहड़े एलीमेंट लो स्पिन कॉम्पलैक्स बनाएगा। हुण याद करो लो स्पिन कॉम्पलैक्स की हुंदा सीगा, जे जिस जे गैप बहुत ज़्यादा हो जाए तो इलैक्ट्रॉन नीचे ही पेयर होने शुरू हो जाते थे, उन्होंने लो स्पिन कहते सी, है ना। गैप ज़्यादा किहदे च आएगा, 5D च, तो 5D वाले दे चांसेस हैं भी वो लो स्पिन कॉम्पलैक्स बनाएगा, 3D वाले दे चांसेस है भी वो हाई स्पिन चांसेस है, श्योरिटी नहीं है, 3D वाले दे चांसेस है कि वो हाई स्पिन कॉम्पलैक्स बनाएगा। इतने अगे नोट पा के लिख भी लाओ, नोट, द एलिमेंट ऑफ third and second transition series, second and third transition series have higher tendency to form low spin complexes. The elements of second and third transition series have higher tendency to form low spin complexes than first transition series. ठीक है ना, क्योंकि उन्होंने अंदर 4D 5D का गैप ज़्यादा है और जिन्ना गैप रहेगा उन्ना नीचे ही पेयरिंग होने के चांसेस रहेंगे, जे नीचे ही पेयरिंग हो जाएगी तो उन्होंने ही तो बोलते हैं लो स्पिन कॉम्पलैक्स या इनर डी कॉम्पलैक्स। याद कर लो प्लीज़ सारा। हायर टेंडेंसी टू फॉर्म, एक मिनट, टू फॉर्म लो स्पिन कॉम्प्लेक्सेस देन एलिमेंट्स ऑफ फर्स्ट ट्रांजिशन सीरीज, higher tendency to form low spin complexes than elements of first transition series. Next point लिख लो, the delta also depends upon geometry। जिहड़ा गैप है ये ज्योमेट्री यानी कि शेप ते भी डिपेंड करता है। ये वास्ते एक छोटा जहा बस पॉइंट लिख लियो, ये ऑब्जेक्टिव च एक बार पूछा गया सी, जिहड़ा टैट्राहेड्रल वाला एनर्जी गैप हुंदा है
वो 4/9 टाइम्स ऑक्टाहेड्रल वाला, मतलब ऑक्टाहेड्रल वाला गैप ज़्यादा होंदा है। एक छोटा सा पॉइंट लिख लियो। द डेल्टा ऑल्सो डिपेंड्स अपॉन द ज्योमेट्री। टेट्राहेड्रल वाला 4/9 टाइम्स होंदा है ऑक्टाहेड्रल वाले नाल। 4/9 तकरीबन तकरीबन हाफ ही हो गया। ठीक है जी, एक पॉइंट लिखो फटाफट। लिमिटेशंस ऑफ CFT। लिमिटेशंस ऑफ CFT। ठीक है, पहले नंबर ते पहली गल तो CFT ने मन्निया भी जी CFT ने कोवलेंट करैक्टर तो सोचा ही नहीं। CFT का सिंपल जहा कंसैप्ट सीगा भी आ जी बॉन्ड है ये आयनिक है। ठीक है, तुसी अगर जी CFT का आप लैक्चर के अंदर ये पॉइंट्स लिखे थे वो पॉइंट्स पढ़ो तो उस क्लीयर हो जाता भी ये बॉन्ड आयनिक है। उन्हें आप ही कहा कहना भी यार ये बॉन्ड ना बस एक पॉजिटिव चार्ज और नैगेटिव चार्ज की अट्रैक्शन है, होर कुछ नहीं है। जबकि एवें का कुछ नहीं होंदा, ये अंदर बहुत कुछ होंदा है, होर भी चीज़ां होंदियां ने, है ना, कोवलेंट करैक्टर भी होंदा है। तो ये चीज़ ये पॉइंट CFT ने काउंट नहीं करे। तो पहले नंबर पर लिखो इट ट्रीट्स। पहली जी लिमिटेशन है CFT की, पहली लिमिटेशन इट treats the metal ligand bond as purely ionic. It treats the metal ligand bond as purely ionic and does not take into account and does not take into account the covalent nature of the bond and does not take into account the covalent nature of the bond. Next point लिखो। Next point, as ligands are considered point charges, as ligands are considered point charges, comma, the anionic ligand should have greater splitting effect. As ligands are considered point charges, the anionic ligand should have greater splitting effect. But actually the anionic ligands are present at lower end of the series. But actually anionic ligands are present at lower end of the series. ਹੁਣ ਜਿਵੇਂ ਇਹ ਥਿਊਰੀ ਚ ਮੰਨਿਆ ਗਿਆ ਹੈ ਕਿ ਜਿਹੜੀ ਆ ਕੋਆਰਡੀਨੇਸ਼ਨ ਬੌਂਡ ਹੈ ਇਹਦਾ ਆਇਨਿਕ ਦੇ ਹਿਸਾਬ ਨਾਲ ਚੱਲਦੀ ਹੈ, ਯਾਨੀ ਕਿ ਲਿਗੈਂਡ ਇੱਕ ਚਾਰਜ ਹੈ ਜਿਹੜਾ ਮੈਟਲ ਵੱਲ ਨੂੰ ਆ ਰਿਹਾ। ਤਾਂ ਜਿੰਨਾ ਲਿਗੈਂਡ ਤੇ ਜ਼ਿਆਦਾ ਮਾਈਨਸ ਚਾਰਜ ਹੋਏਗਾ ਉਨਾ ਸਟਰੋਂਗ ਉਹਦਾ ਫੀਲਡ ਹੋਏਗਾ, ਉਨਾ ਹੀ ਉਹ ਗੈਪ ਕ੍ਰੀਏਟ ਕਰੇਗਾ। ਪਰ ਦੇਖੋ ਤੁਸੀਂ ਜਿਹੜੇ ਮਾਈਨਸ ਵਾਲੇ ਨੇ ਫਲੋਰਾਈਡ ਕਲੋਰਾਈਡ ਉਹ ਤਾਂ ਸਭ ਤੋਂ ਲਾਸਟ 'ਚ ਨੇ,
ਤਾਂ ਇਸ ਕਰਕੇ ਇਸ ਥਿਊਰੀ ਦੇ ਅੰਦਰ ਬਹੁਤ ਸਾਰੇ ਸੈਟਬੈਕਸ ਨੇ। ਇਸ ਤੋਂ ਬਾਅਦ ਜਿਹੜੀ ਥਿਊਰੀ ਆਉਂਦੀ ਹੈ, ਦੋ ਥਿਊਰੀਜ਼ ਹੈ, ਇੱਕ ਲਿਗੈਂਡ ਫੀਲਡ ਥਿਊਰੀ, ਇੱਕ ਮੋਲੀਕੂਲਰ ਆਰਬਿਟਲ ਥਿਊਰੀ। ਉਹ ਐਕਚੁਅਲ ਚ ਆਪਣੇ ਸਿਲੇਬਸ ਦਾ ਪਾਰਟ ਨਹੀਂ ਹੈ। ਜਿਹੜੀਆਂ ਐਕਚੁਅਲ ਥਿਊਰੀਜ਼ ਹੈ, ਜਿਹੜੀਆਂ ਐਟ ਪ੍ਰੈਜ਼ੈਂਟ ਯੂਜ਼ ਹੋ ਰਹੀਆਂ ਨੇ, ਉਹ ਆਪਣੇ ਸਿਲੇਬਸ ਦਾ ਪਾਰਟ ਹੀ ਨਹੀਂ ਹੈ। ਤਾਂ ਆਪਾਂ ਨੂੰ ਉਹਦੇ ਅੰਦਰ ਉਹ ਨਾ ਹੀ ਜੇਈ ਦੇ ਸਿਲੇਬਸ ਦਾ ਪਾਰਟ ਹੈ, ਨਾ ਹੀ ਨੀਟ ਦੇ ਸਿਲੇਬਸ ਦਾ ਪਾਰਟ ਹੈ, ਨਾ ਹੀ ਬੋਰਡਸ ਦੇ ਸਿਲੇਬਸ ਦਾ ਪਾਰਟ ਹੈ। ਤਾਂ ਆਪਾਂ ਨੂੰ ਉਸ ਪੁਆਇੰਟ ਤੱਕ ਪੜ੍ਹਨ ਦੀ ਕੋਈ ਜ਼ਰੂਰਤ ਨਹੀਂ ਹੈ। ਆਪਣੇ ਲਈ ਆਪਾਂ ਗਲਤੀਆਂ ਦੇ ਨਾਲ ਹੀ ਇਸ ਪੁਆਇੰਟ ਤੱਕ ਇਹਨੂੰ ਯਾਦ ਰੱਖਣਾ ਹੈ। ਇੰਨੀ ਗੱਲ ਸਮਝ ਆ ਰਹੀ ਹੈ? ਠੀਕ ਹੈ, ਆਪਾਂ ਨੇ ਇਸ ਪੁਆਇੰਟ ਤੱਕ ਇਹਨੂੰ ਯਾਦ ਰੱਖਣਾ ਵੀ ਹਾਂਜੀ ਇਹ ਗੈਪ ਹੁੰਦਾ ਹੈ। ਹਾਲਾਂਕਿ ਇਹ ਸਾਰਾ ਕੁਝ ਗਲਤ ਹੈ ਕਿਉਂਕਿ ਨਵੀਆਂ ਥਿਊਰੀਜ਼ ਆਈਆਂ ਨੇ ਜਿਹੜੀਆਂ ਐਕਚੁਅਲ ਆਨਸਰ ਦੱਸਦੀਆਂ ਨੇ, ਬਟ ਹਾਲੇ ਜਿੰਨਾ ਕੁ ਵੀ ਆਪਣੇ ਸਿਲੇਬਸ 'ਚ ਹੈ ਆਪਾਂ ਉਹਨੂੰ ਸਾਕਸ਼ਾਤ ਸਹੀ ਮੰਨ ਕੇ, ਸੱਚ ਮੰਨ ਕੇ ਉਹਦੇ ਅਕੋਰਡਿੰਗਲੀ ਸਾਰਾ ਕੁਝ ਸੋਲਵ ਕਰਨਾ। ਠੀਕ ਹੈ, ਹੁਣ ਇੱਕ ਬੜੀ ਖਾਸ ਗੱਲ, ਬਸ ਇੱਕ ਛੋਟਾ ਜਿਹਾ ਲਾਸਟ ਮੈਂ ਟੌਪਿਕ ਕਰਵਾਉਣਾ ਹੈ। ਇਹ ਆਪਣਾ ਚੈਪਟਰ ਪ੍ਰੋਬੇਬਲੀ ਕੱਲ ਖਤਮ ਹੋ ਜਾਏਗਾ ਜਿੱਥੋਂ ਤੱਕ ਮੈਨੂੰ ਲੱਗਦਾ ਹੈ। ਇੱਕ ਅੱਧਾ ਟੌਪਿਕ ਅਗਰ ਮਿਸਿੰਗ ਹੈ ਤਾਂ ਦੇਖਦੇ ਹਾਂ। ਇੱਕ ਛੋਟਾ ਜਿਹਾ ਟੌਪਿਕ ਹੋ ਰਿਹਾ ਹੈ। ਹੁਣ ਇੱਕ ਗੱਲ ਦੇਖੋ, ਜਿਹੜੇ ਔਕਟਾ, ਇਹ ਧਿਆਨ ਨਾਲ ਸੁਣਿਓ, ਇਹ ਸਭ ਤੋਂ ਇੰਪੋਰਟੈਂਟ ਕੁਐਸਚਨ ਹੈ। ਜਿਵੇਂ ਔਕਟਾਹੈਡਰਲ ਦੀ ਮੈਂ ਗੱਲ ਕਰਦਾ, ਮੈਂ ਹੋਰ ਕਿਸੇ ਦੀ ਗੱਲ ਨਹੀਂ ਕਰ ਰਿਹਾ ਫਿਲਹਾਲ, ਔਕਟਾਹੈਡਰਲ ਦੀ। ਔਕਟਾਹੈਡਰਲ ਦੇ ਅੰਦਰ ਡੀ ਆਰਬਿਟਲ ਇੱਧਰ 3 ਇੱਧਰ 2 ਇਸ ਤਰ੍ਹਾਂ ਨਾਲ ਸਪਲਿਟ ਹੁੰਦਾ ਹੈ। ਉਹਦੇ ਵਿੱਚ ਕੋਈ એનર્ਜੀ ਗੈਪ ਵੀ ਆ ਜਾਂਦਾ ਹੈ ਡੈਲਟਾ ਓ, ਹੈ ਨਾ। ਹੁਣ ਇਲੈਕਟ੍ਰੋਨ ਮੰਨ ਲਓ ਇਹ 'ਚ ਪਏ ਨੇ, 3 ਇਲੈਕਟ੍ਰੋਨ ਪਏ ਨੇ। ਠੀਕ ਹੈ, ਆ ਲੋਅਰ એનર્ਜੀ ਹੈ, ਆ ਹਾਇਰ એનર્ਜੀ ਹੈ। ਮੰਨ ਲਓ ਮੈਂ ਨਾ ਇਹਦੇ ਉੱਤੇ ਲਾਈਟ ਫਾਲ ਕਰਾਈ, ਹੁਣ ਲਾਈਟ 'ਚ ਕੀ ਹੈ, ਲਾਈਟ ਕੋਲ એનર્ਜੀ ਹੈ। ਇਹਨਾਂ ਚੋਂ ਕਿਸੇ ਇੱਕ ਇਲੈਕਟ੍ਰੋਨ ਨੇ એનર્ਜੀ ਗੇਨ ਕਰ ਲਈ। ਹੁਣ ਜਿਹਨੇ એનર્ਜੀ ਗੇਨ ਕਰੀ ਹੈ, ਲਾਈਟ ਲੈ ਕੇ એનર્ਜੀ ਗੇਨ ਕਰੀ, ਤਾਂ એનર્ਜੀ ਗੇਨ ਕਰ ਲਈ ਤਾਂ ਇਹ ਲੋਅਰ એનર્ਜੀ ਤੇ ਤਾਂ ਰਹੇਗਾ ਨਹੀਂ, ਇਹ ਹਾਇਰ એનર્ਜੀ ਤੇ ਚੱਲ ਜਾਏਗਾ। ਤਾਂ ਇਲੈਕਟ੍ਰੋਨ ਇੱਥੋਂ ਜੰਪ ਕਰਕੇ ਹਾਇਰ ਆਰਬਿਟਲ 'ਚ ਚੱਲ ਜਾਂਦਾ। ਹੁਣ ਹਾਇਰ ਆਰਬਿਟਲ ਆਹੀ ਵਾਲਾ ਬਣ ਗਿਆ, ਡੀ ਦੇ ਅੰਦਰ ਹੀ ਇਹ ਵਾਲਾ, ਹੈ ਨਾ। ਪਹਿਲਾਂ ਆਪਾਂ ਪੜ੍ਹਦੇ ਹੁੰਦੇ ਸੀ ਵੀ ਤੀਜੇ ਸ਼ੈਲ ਤੋਂ ਚੌਥੇ ਸ਼ੈਲ 'ਚ ਚਲਾ ਗਿਆ, ਚੌਥੇ ਤੋਂ ਪੰਜਵੇਂ ਚਲ ਗਿਆ। ਹੁਣ ਇਹ ਤੋਂ ਹਾਇਰ એનર્ਜੀ ਵਾਲਾ ਤਾਂ ਆਹੀ ਹੈ, ਤਾਂ ਇਲੈਕਟ੍ਰੋਨ ਇੱਧਰੋਂ ਜੰਪ ਕਰਕੇ ਇੱਧਰ ਚੱਲ ਜਾਏਗਾ। ਹੁਣ ਜੇ ਇੱਥੇ ਚਲਾ ਗਿਆ ਤਾਂ ਹਾਇਰ ਐਕਸਾਈਟਡ ਸਟੇਟ 'ਚ ਚਲਾ ਗਿਆ, ਇਹ ਤਾਂ ਅਨਸਟੇਬਲ ਹੁੰਦੀ ਹੈ। ਤਾਂ ਕੁਝ ਟਾਈਮ ਬਾਅਦ ਇਲੈਕਟ੍ਰੋਨ ਇੱਥੋਂ ਵਾਪਸ ਆਪਣੀ ਓਰੀਜਨਲ ਪੋਜੀਸ਼ਨ ਤੇ ਆਏਗਾ ਤੇ ਲਾਈਟ ਐਮਿਟ ਕਰ ਦੇਗਾ, ਹੈ ਨਾ। ਯਾਨੀ ਕਿ ਇਲੈਕਟ੍ਰੋਨ ਨੇ ਪਹਿਲਾਂ ਲਾਈਟ ਐਬਜ਼ੌਰਬ ਕਰੀ, ਲੋਅਰ ਤੋਂ ਹਾਇਰ ਸਟੇਟ ਤੇ ਚਲਾ ਗਿਆ, ਫਿਰ ਹਾਇਰ ਤੋਂ ਲੋਅਰ ਤੇ ਆਇਆ, ਲਾਈਟ ਐਮਿਟ ਕਰਤੀ। ਹੁਣ ਆ ਜਿਹੜੀ ਲਾਈਟ ਐਮਿਟ ਕਰਦਾ ਨਾ, ਇਸ ਗੈਪ ਦੇ ਹਿਸਾਬ ਨਾਲ ਹੁੰਦੀ ਹੈ। ਤੇ ਆ ਜਿਹੜੀ ਲਾਈਟ ਐਮਿਟ ਕਰਦਾ ਨਾ, ਇਹ ਵਿਜ਼ੀਬਲ ਰੀਜਨ 'ਚ ਹੁੰਦੀ ਹੈ, ਮਤਲਬ ਇਹਨੂੰ ਅਸੀਂ ਦੇਖ ਸਕਦੇ ਹਾਂ। ਆ ਜਿਹੜੀ ਲਾਈਟ ਐਮਿਟ ਕਰੇਗਾ ਇਹਨੂੰ ਅਸੀਂ ਨੋਟ ਕਰ ਸਕਦੇ ਹਾਂ, ਇਹਨੂੰ ਅਸੀਂ ਚੈੱਕ ਕਰ ਸਕਦੇ ਹਾਂ। ਠੀਕ ਹੈ, ਇਹ ਵਿਜ਼ੀਬਲ ਰੀਜਨ 'ਚ 7 ਹੀ ਕਲਰ ਹੁੰਦੇ ਨੇ, ਵਿਬਗਿਓਰ, ਹੈ ਨਾ। ਤਾਂ ਇਹ ਵਿਬਗਿਓਰ ਦੇ ਵਿੱਚੋਂ ਕੋਈ ਇੱਕ ਕਲਰ ਹੋਏਗਾ। ਇਸੇ ਕਰਕੇ ਜਿੰਨੇ ਵੀ ਕੋਆਰਡੀਨੇਸ਼ਨ ਕੰਪਾਊਂਡ ਨੇ ਜਿਨ੍ਹਾਂ 'ਚ ਇਲੈਕਟ੍ਰੋਨ ਨੀਚੋਂ ਉੱਪਰ ਜਾਂ ਉੱਪਰੋਂ ਨੀਚੇ ਐਵੇਂ ਆ ਸਕਦਾ ਹੈ, ਆ ਟ੍ਰਾਂਜੀਸ਼ਨ ਕਰ ਸਕਦਾ ਹੈ, ਉਹਨਾਂ ਦਾ ਕੁਛ ਨਾ ਕੁਛ ਕਲਰ ਹੁੰਦਾ ਹੈ। ਇੰਨੀ ਗੱਲ ਸਮਝ ਆਈ? ਹੁਣ ਇਹਨੂੰ ਨੀਚੋਂ ਉੱਪਰ ਜਾਣ ਤੋਂ ਕੌਣ ਰੋਕ ਸਕਦਾ ਹੈ? ਸੋਚ ਕੇ ਦੇਖੋ, ਮੰਨ ਲਓ ਇਹ ਸਾਰੇ ਹੀ ਪੂਰੀ ਤਰ੍ਹਾਂ ਭਰੇ ਹੋਏ ਨੇ, ਨੀਚੇ ਵੀ 6 ਇਲੈਕਟ੍ਰੋਨ, ਉੱਪਰ ਵੀ 4 ਇਲੈਕਟ੍ਰੋਨ। ਹੁਣ ਇਲੈਕਟ੍ਰੋਨ ਕੋਲ ਨੀਚੋਂ ਉੱਪਰ ਜਾਣ ਲਈ ਜਗ੍ਹਾ ਹੀ ਨਹੀਂ ਹੈ, ਤਾਂ ਇਹਦਾ ਮਤਲਬ ਇਲੈਕਟ੍ਰੋਨ ਨੀਚੋਂ ਉੱਪਰ ਜਾਂ ਉੱਪਰੋਂ ਨੀਚੇ ਨਹੀਂ ਜਾ ਸਕਦਾ। ਇਹਦਾ ਮਤਲਬ ਲਾਈਟ ਐਮਿਟ ਨਹੀਂ ਕਰ ਸਕਦਾ। ਇਹਦਾ ਮਤਲਬ ਕਿਆ ਉਹਦਾ ਕੋਈ ਕਲਰ ਆਏਗਾ? ਨਹੀਂ, ਕਿਉਂਕਿ ਉਹ ਤਾਂ ਟ੍ਰਾਂਜੀਸ਼ਨ ਕਰ ਹੀ ਨਹੀਂ ਰਿਹਾ ਨਾ, ਇੱਥੇ ਤਾਂ ਮੂਵਮੈਂਟ ਹੈ ਹੀ ਨਹੀਂ ਗੀ। ਤਾਂ ਕਲਰ ਉਦੋਂ ਆਏਗਾ ਜਦੋਂ ਇਲੈਕਟ੍ਰੋਨ ਇੱਧਰ ਇਹ ਦੋ ਦੇ ਵਿੱਚ ਮੂਵਮੈਂਟ ਕਰੇਗਾ, ਟ੍ਰਾਂਜੀਸ਼ਨ ਕਰੇਗਾ। ਇਸੇ ਕਰਕੇ ਨਾ ਇਹਨਾਂ ਨੂੰ ਟ੍ਰਾਂਜੀਸ਼ਨ ਐਲੀਮੈਂਟ ਬੋਲਦੇ ਨੇ, ਕਿਉਂਕਿ ਇਹਦੇ ਅੰਦਰ ਡੀ ਟੂ ਡੀ, ਇੱਕੋ ਡੀ ਵਾਲੇ ਆਪਸ 'ਚ ਹੀ ਟ੍ਰਾਂਜੀਸ਼ਨ ਕਰਦੇ ਰਹਿੰਦੇ ਨੇ। એનર્ਜੀ ਗੇਨ ਕਰ ਲਈ, ਉੱਪਰ ਚਲਾ ਗਿਆ, ਲੋਸ ਕਰਤੀ, ਨੀਚੇ ਆ ਗਿਆ, ਸਾਨੂੰ ਰੰਗ ਦਿਖਾਤੇ ਕੋਈ ਹੈ ਨਾ, ਕੋਈ ਯੈਲੋ ਹੈ, ਕੋਈ ਗ੍ਰੀਨ ਹੈ, ਕੋਈ ਵਾਇਲਟ ਹੈ, ਕੋਈ ਕੁਛ ਹੈ, ਕੋਈ ਕੁਛ ਹੈ। ਤਾਂ ਜਿਨ੍ਹਾਂ 'ਚ ਟ੍ਰਾਂਜੀਸ਼ਨ ਹੋ ਰਹੀ ਹੈ ਉਹ ਤਾਂ ਹੈਗੇ ਨੇ ਕਲਰਡ, ਜਿਨ੍ਹਾਂ 'ਚ ਟ੍ਰਾਂਜੀਸ਼ਨ ਨਹੀਂ ਹੋ ਰਹੀ ਉਹ ਹੈਗੇ ਨੇ ਕਲਰਲੈਸ। ਹੁਣ ਸਿੰਪਲ ਜਿਹਾ ਲੌਜੀਕ ਲਾ ਕੇ ਸੋਚੋ, ਕਲਰਲੈਸ ਹੋਣ ਦੇ ਲਈ ਕਿਆ ਹੋ ਸਕਦਾ ਹੈ? ਜਾਂ ਤਾਂ ਇਹ 'ਚ ਇਲੈਕਟ੍ਰੋਨ ਹੀ ਨਾ ਹੋਵੇ, ਕਿਤੇ ਵੀ ਕੋਈ ਇਲੈਕਟ੍ਰੋਨ ਨਾ ਹੋਵੇ, ਕਿਉਂਕਿ ਜੇ ਇਲੈਕਟ੍ਰੋਨ ਨਹੀਂ ਤਾਂ ਟ੍ਰਾਂਜੀਸ਼ਨ ਨਹੀਂ, ਯਾਨੀ ਕਿ D0 ਵਾਲਾ। ਜਾਂ ਫਿਰ ਜਿਹ 'ਚ ਜਗ੍ਹਾ ਨਾ ਹੋਵੇ, ਜਗ੍ਹਾ ਕਿਹਦੇ 'ਚ ਨਹੀਂ ਹੋਏਗੀ? D10 ਵਾਲੇ 'ਚ, ਹੈ ਨਾ। ਤਾਂ ਜਿਹਦੀ ਕੌਨਫੀਗਰੇਸ਼ਨ ਦੇ ਅੰਦਰ D0 ਹੈ ਜਾਂ ਫਿਰ ਜਿਹਦੀ ਕੌਨਫੀਗਰੇਸ਼ਨ ਦੇ ਅੰਦਰ D10 ਹੈ, ਉਹਨਾਂ 'ਚ ਟ੍ਰਾਂਜੀਸ਼ਨ ਪੋਸੀਬਲ ਨਹੀਂ ਹੈ, ਉਹ ਹੈਗੇ ਨੇ ਕਲਰਲੈਸ। ਜਿਹਦੇ ਅੰਦਰ ਇੱਥੇ D1 ਤੋਂ ਲੈ ਕੇ D9 ਕੌਨਫੀਗਰੇਸ਼ਨ ਵਾਲੇ ਸਾਰੇ ਹੈਗੇ ਨੇ ਕਲਰਡ। ਇਹ ਗੱਲ ਸਮਝ ਆ ਰਹੀ ਹੈ ਜਾਂ ਨਹੀਂ ਆ ਰਹੀ? ਤੁਹਾਨੂੰ ਪੁੱਛੇਗਾ ਐਗਜ਼ਾਮੀਨਰ
ਕੋਈ ਕੁਐਸਚਨ ਦੇ ਕੇ ਵੀ ਇਹ ਕਲਰ ਕਿਉਂ ਹੈ, ਤੁਸੀਂ ਕਹਿਣਾ ਜੀ ਤੁਸੀਂ ਪਹਿਲਾਂ ਉਹਦੀ ਕੌਨਫੀਗਰੇਸ਼ਨ ਚੈੱਕ ਕਰਨੀ ਹੈ। ਜੇ ਉਹ ਕਲਰਡ ਹੈ ਤਾਂ ਉਹਦੇ ਅੰਦਰ D1 ਤੋਂ D9 ਦੇ ਵਿੱਚ ਕੋਈ ਵੀ ਹੋਏਗਾ। ਤੁਸੀਂ ਇਹੀ ਪੁਆਇੰਟ ਦੱਸਣਾ ਹੈ ਕਿ ਦੇਖੋ ਜੀ ਇਹਦੇ ਅੰਦਰ ਆ ਜਿਹੜਾ ਇਨਰ ਡੀ ਟ੍ਰਾਂਜੀਸ਼ਨ ਹੋ ਜਾਂਦੀ ਹੈ, ਇਹਨੂੰ ਇਨਰ ਡੀ ਟ੍ਰਾਂਜੀਸ਼ਨ ਬੋਲਦੇ ਨੇ। ਅੰਦਰੋਂ ਅੰਦਰ ਹੀ ਡੀ ਚ ਇਲੈਕਟ੍ਰੋਨ ਇੱਧਰ ਉੱਧਰ ਜਾ ਰਹੇ ਨੇ। ਕੋਈ ਇਹ ਨਹੀਂ ਹੈ ਵੀ ਡੀ ਤੋਂ ਐਸ ਚ ਚਲਾ ਗਿਆ, ਡੀ ਤੋਂ ਪੀ ਚ ਚਲਾ ਗਿਆ, ਡੀ ਤੋਂ ਡੀ ਚ ਹੀ, ਉਹ ਵੀ ਡੀ ਵੀ ਕੀ 3D ਤੋਂ 3D ਚ ਹੀ ਜਾ ਰਿਹਾ। 3D ਦੇ ਹੀ ਦੋ ਹਿੱਸੇ ਹੋ ਰੱਖੇ ਨੇ, ਹੈ ਨਾ। ਤਾਂ ਡੀ ਤੋਂ ਡੀ ਟ੍ਰਾਂਜੀਸ਼ਨ ਹੀ ਹੋ ਰਹੀ ਹੈ, ਉਹਦੇ ਕਰਕੇ ਕੰਪਾਊਂਡ ਦਾ ਕੁਛ ਨਾ ਕੁਛ ਕਲਰ ਆ ਜਾਂਦਾ ਹੈ। ਕਲਰ ਕਿਹਦੇ ਚ ਨਹੀਂ ਆਏਗਾ? ਜਿਹਦੇ ਅੰਦਰ ਆਹ ਟ੍ਰਾਂਜੀਸ਼ਨ ਪੋਸੀਬਲ ਨਹੀਂ ਹੈਗੀ। ਸਿੰਪਲ ਜੀ ਗੱਲ। ਇਹ ਗੱਲ ਪਤਾ ਲੱਗ ਰਹੀ ਹੈ ਜਾਂ ਨਹੀਂ ਲੱਗ ਰਹੀ? ਠੀਕ ਹੈ ਨਾ। ਤਾਂ ਇਹਦੇ ਕੁਐਸਚਨਸ ਆਪਾਂ ਨੈਕਸਟ ਕਲਾਸ 'ਚ ਕਰਾਂਗੇ। ਮੈਂ ਆਹ ਕਨਸੈਪਟ ਮੈਂ ਨੈਕਸਟ ਕਲਾਸ 'ਚ ਪੁੱਛਣਾ ਹੈ, ਤਾਂ 7-8 ਕੁਐਸਚਨ ਦਊਂਗਾ ਮੈਂ ਆਂਦੇ ਹੀ, ਔਰ ਤੁਸੀਂ ਦੱਸਣਾ ਹੋਵੇਗਾ ਕਿਹੜਾ ਕਲਰਡ ਹੈ ਕਿਹੜਾ ਕਲਰਲੈਸ ਹੈ। ਸਿੰਪਲ ਜੀ ਗੱਲ, ਜਿਹਦੇ ਅੰਦਰ ਡੀ ਟ੍ਰਾਂਜੀਸ਼ਨ ਹੋ ਸਕਦੀ ਹੈ, ਇਨਰ ਡੀ ਟ੍ਰਾਂਜੀਸ਼ਨ ਹੋ ਸਕਦੀ ਹੈ, ਉਹ ਕਲਰਡ ਹੋਏਗਾ। ਜਿਹਦੇ ਅੰਦਰ ਇਨਰ ਡੀ ਟ੍ਰਾਂਜੀਸ਼ਨ ਨਹੀਂ ਹੋ ਸਕਦੀ ਉਹ ਕਲਰਲੈਸ ਹੋਏਗਾ, है ना। ट्रांजिशन क्यों नहीं हो सकती? या तो डी च इलैक्ट्रॉन ही नहीं या डी च जगह ही नहीं, दो ही केसेस ने। तो या तो D0 या D10 वाले कलरलैस होंगे ने, D1 तो लेके D9 वाले च कुछ ना कुछ कलर होंगे। ये पूरा कॉन्सैप्ट समझ आ रहा सारे नूं? ठीक है। हुण ना एक खास इंपॉर्टेंट गल, मंडे नूं साडा होएगा टेस्ट, ठीक है। और तुहाडे सब दे सितंबर च एग्जाम्स आ रहे ने, तो मंडे नूं देखो 3 दिन ने आराम नाल तैयारी की जा सकती है। मंडे नूं 2 चैप्टर्स का टेस्ट है, ठीक है। मंडे केड़े टेस्ट ने मुमताज? स्कूल दे ने? अच्छा जी, ठीक है। ट्यूसडे रख लेने, कोई दिक्कत नहीं। मैं एक्चुअली सारे दिन मंडे रख रहा सी, चलो कोई गल नहीं, ट्यूसडे रख लो, ठीक है। ट्यूसडे 2 चैप्टर का टेस्ट होएगा, तुहाडे पेपर भी आ रहे ने। चैप्टर हैगे ने पुराने, एक हैगा सोल्यूशन और एक हैगा केमिकल काइनेटिक्स। मैं दोनों कंपैरेटिवली ईजी चैप्टर रखे ने, बहुत ही ईजी ने दोनों दे दोनों चैप्टर्स, ठीक है। ये दोनों दी मैं यूट्यूब वाली वीडियोज़ भी शेयर कर दूंगा। दोनों चैप्टर यूट्यूब ते पूरे पूरे पे ने। काइनेटिक्स का लास्ट वाला कुछ पोर्शन नहीं पिया होना, वो आप लाइव लगाया सीगा, ठीक है। बट सोल्यूशनस तो पूरा ही पिया है, काइनेटिक्स के अंदर भी काफ़ी कुछ पिया है यूट्यूब पर, ठीक है। मैं थोड़ा दोनों का लिंक भी ग्रुप च शेयर कर दूंगा। इन्होंने दोनों चैप्टर का ट्यूसडे क्लास टाइम ते ही वही टाइम 2 तो 3 टेस्ट होएगा। जिदा टेस्ट हो रहे हैं वीडियोज़ ऑन करके, साउंड ऑन करके, उस अकॉर्डिंगली यदा टेस्ट लिया जाएगा, ठीक है। वैसे तुम बहुत बड़े हो गए यार, हूँ +2 क्लास हो गए, तो हले भी यह चीज़ा वीडियो ऑन करो, ये करो, जरूरत नहीं पैनी चाहिए। थोड़ा आपको भी पता ही है, मतलब तुम बहुत मैच्योर हो, ठीक है। बट स्टिल कुछ खतरनाक बच्चे भी हैगे ने, तो थोड़ा जहा ध्यान रखना पेगा आपको, ठीक है। तो हुण आ चीज़ कल आपां इह तों अगे कंटिन्यू करांगे। कोशिश करांगे भी कल चैप्टर खत्म हो जाए, फिर आपां आराम नाल तुहानूं मंडे ऑफ करके तुसीं संडे मंडे तक 2 दिन आराम नाल अपनी तैयारी कर सकते हो, ठीक है ना। ये यार सबजैक्टिव होगा मुमताज, पेपर आ रहे हैं ना, तो आपां सबजैक्टिव टेस्ट रखांगे, ठीक है। तो आपां ट्यूसडे मिलते हैं सारे जाने, मतलब कल भी मिलेंगे, कल क्लास है 2 बजे। आप ट्यूसडे ये टेस्ट याद रखना है, मैं ग्रुप च भी एक बार पा दूंगा। बाकी आप कल मिलते हैं, अज वाला लैक्चर भी अपलोड हो जाएगा। थैंक यू सो मच।